ਸਤਿਨਾਮ ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਜੁੜ ਚੁੱਕੇ ਹੋ ਇਸ ਸ਼ਾਮ ਦੀ 6 ਵਜੇ ਵਾਲੀ ਕਲਾਸ ਦੇ ਵਿੱਚ, ਜਿਸ ਵਿੱਚ ਆਪਾਂ ਸਤਿਗੁਰਾਂ ਦੀ ਪਾਵਨ ਬਾਣੀ ਦੀ ਸੰਥਿਆ ਕਰਦੇ ਹਾਂ। ਕੱਲ ਤੱਕ ਆਪਾਂ ਤਾਂ ਪ੍ਰਸਾਦ ਸਵਈਏ, ਸੁਦਾ ਸਵਈਏ ਜਿਹੜੇ ਹਨ ਉਹਦੀ ਸੰਥਿਆ ਆਪਾਂ ਕਰ ਚੁੱਕੇ ਹਾਂ। ਅੱਜ ਆਪਾਂ ਸਤਿਗੁਰਾਂ ਦੀ ਪਾਵਨ ਬਾਣੀ ਜਾਪ ਸਾਹਿਬ ਦੀ ਸੰਥਿਆ ਜੋ ਹੈ ਉਹ ਆਰੰਭ ਕਰਨ ਲੱਗੇ ਹਾਂ। ਸਤਿਗੁਰਾਂ ਦੀ ਇਹ ਪਾਵਨ ਬਾਣੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਪਹਿਲੀ ਬਾਣੀ ਹੈ ਤੇ ਇਸ ਪਾਵਨ ਬਾਣੀ ਦਾ ਜਾਪ ਜਿਹੜਾ ਹੈ ਉਹ ਅੰਮ੍ਰਿਤ ਤਿਆਰ ਕਰਨ ਵਾਲੀਆਂ ਬਾਣੀਆਂ ਦੇ ਵਿੱਚ ਦੂਸਰੇ ਨੰਬਰ ਤੇ ਇਸ ਬਾਣੀ ਨੂੰ ਪੜ੍ਹਿਆ ਜਾਂਦਾ ਹੈ। ਉੱਥੇ ਨਾਲ ਹੀ ਪੰਜ ਪਿਆਰਿਆਂ ਦਾ, ਪੰਥ ਦਾ ਅਤੇ ਗੁਰੂ ਸਾਹਿਬ ਦਾ ਹੁਕਮ ਹੈ ਕਿ ਇਸ ਬਾਣੀ ਨੂੰ ਅੰਮ੍ਰਿਤ ਵੇਲੇ ਹਰ ਸਿੱਖ ਨੇ ਪੜ੍ਹਨਾ ਹੈ। ਇਸ ਕਰਕੇ ਇਸ ਬਾਣੀ ਦਾ ਜਾਪ ਜਿਹੜਾ ਹੈ ਗੁਰਮੁਖ ਪਿਆਰੇ ਅੰਮ੍ਰਿਤ ਵੇਲੇ ਕਰਦੇ ਹਨ। ਜਪਜੀ ਸਾਹਿਬ ਤੋਂ ਬਾਅਦ ਦੂਸਰੀ ਬਾਣੀ ਇਹ ਹੈ ਜਿਸ ਦਾ ਜਾਪ ਕੀਤਾ ਜਾਂਦਾ ਹੈ, ਜਿਸ ਨੂੰ ਪੜ੍ਹਿਆ ਜਾਂਦਾ ਹੈ। ਸੋ ਇਸ ਬਾਣੀ ਦੇ 199 ਜਿਹੜੇ ਹਨ ਬੰਦ ਹਨ ਕਹਿ ਲਓ, ਜਾਂ 199 ਪੌੜੀਆਂ ਹਨ ਇਸ ਬਾਣੀ ਦੀਆਂ। ਤੇ ਇਸ ਪਾਵਨ ਬਾਣੀ ਦੇ ਜਿਹੜੇ ਆ ਛੰਦਾਂ ਦੇ ਰੂਪ ਦੇ ਵਿੱਚ ਇਹ ਪਾਵਨ ਬਾਣੀ ਜਿਹੜੀ ਆ ਸਤਿਗੁਰਾਂ ਨੇ ਦਰਜ ਕੀਤੀ ਹੈ। ਵੱਖ-ਵੱਖ ਛੰਦ ਹਨ ਤੇ ਇਹਨਾਂ ਵੱਖ-ਵੱਖ ਛੰਦਾਂ ਦੀ ਵੱਖ-ਵੱਖ ਚਾਲ ਹੈ। ਉਸ ਢੰਗ ਦੇ ਨਾਲ ਇਹ ਜਿਹੜੀ ਬਾਣੀ ਹੈ ਚੱਲਦੀ ਹੈ। ਸੋ ਆਪਾਂ ਇਸ ਪਾਵਨ ਬਾਣੀ ਦੀ ਸੰਥਿਆ ਦੀ ਆਰੰਭਤਾ ਕਰਦੇ ਹਾਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉੱਪਰ ਸਰਲੇਖ ਦਿੱਤਾ ਹੋਇਆ ਹੈ ਜਾਪ ਸਾਹਿਬ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਏਕੋ ਅਦੁੱਤੀ ਅਕਾਲ ਪੁਰਖ ਪ੍ਰਮਾਤਮਾ, ਜਿਸ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੁੰਦੀ ਹੈ, ਜਿਸ ਦੀ ਪ੍ਰਾਪਤੀ ਗੁਰੂ ਦੁਆਰਾ ਹੈ, ਜਿਸ ਨਾਲ ਸਤਿਗੁਰੂ ਕਿਰਪਾ ਕਰਦਾ ਹੈ ਤੇ ਫਿਰ ਉਸ ਮਨੁੱਖ ਨੂੰ ਪ੍ਰਾਪਤੀ ਹੁੰਦੀ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਫਤਿਹ ਹੈ ਉਸ ਅਕਾਲ ਪੁਰਖ ਦੀ, ਉਸ ਵਾਹਿਗੁਰੂ ਦੀ, ਉਸ ਪਰਮਾਤਮਾ ਦੀ ਜੋ ਸ਼੍ਰੀ ਹੈ, ਜੋ ਸ਼੍ਰੋਮਣੀ ਹੈ। ਉਸ ਵਾਹਿਗੁਰੂ ਦੀ ਫਤਿਹ। ਸਤਿਗੁਰੂ ਬਖਸ਼ਿਸ਼ ਕਰਦੇ ਆ ਜਾਪ। ਜਿਵੇਂ ਜਪਜੀ ਸਾਹਿਬ ਦੇ ਵਿੱਚ ਜਪ ਬਾਣੀ ਆ ਨਾ, ਉਸੇ ਤਰ੍ਹਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਜਾਪ। ਜਾਪ ਤੋਂ ਭਾਵ ਕਿ ਇਹ ਬਾਣੀ ਜਿਹੜੀ ਹੈ ਜਾਪ ਸਾਹਿਬ, ਇਸ ਬਾਣੀ ਦਾ ਸਰਲੇਖ ਹੈ ਕਿ ਇਹ ਜਾਪ ਬਾਣੀ ਹੈ। ਇਸ ਬਾਣੀ ਨੂੰ ਜਾਪ ਕਿਹਾ ਜਾਂਦਾ ਹੈ। ਨਿਰੰਤਰ ਜਾਪ, ਜਿਵੇਂ ਬੋਲੀ ਦਾ ਨਾ, ਲਗਾਤਾਰ ਜਾਪ,
इस बाणी दे विच लगातार परमात्मा का जाप किया गया, वार वार उन्होंने वंदना की गई है, वार वार उन्होंने नमस्कार की गई है। इस करके उसका जाप किया गया। जिवें आपां वाहिगुरू वाहिगुरू करते ना निरंतर लगातार, उस तरह इस बाणी दे विच निरंतर लगातार उस परमेश्वर नूं नमस्कार की है। इस करके इस बाणी का जिहड़ा सिरलेख है वो है जाप। श्री मुखवाक पातशाही दसवीं। श्री तो भाव श्रोमणी, श्रोमणी गुरु धन गुरु गोबिंद सिंह महाराज, उन्हां दा पावन मुखवाक है। उन्हां दे मूँह दे ਤੋਂ ਉਚਾਰਨ ਕੀਤੀ, ਪਾਵਨ ਮੁਖ ਚੋਂ ਉਹਨਾਂ ਦੇ ਪਵਿੱਤਰ ਮੁਖ ਚੋਂ ਉਚਾਰਨ ਕੀਤੀ ਇਹ ਬਾਣੀ ਹੈ। ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ। ਉਸ ਦਿਨ ਆਪਾਂ ਵਿਚਾਰ ਕੀਤੀ ਸੀ ਪਾਤਸ਼ਾਹੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਵਰਤਿਆ ਹੈ। ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ ਤੇ ਮਹੱਲਾ ਨੌਵਾਂ ਸ਼ਬਦ ਵਰਤੇ ਹਨ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਤਸ਼ਾਹੀ ਸ਼ਬਦ ਵਰਤੇ ਹਨ। ਇਸ ਕਰਕੇ ਪਾਤਸ਼ਾਹੀ ਦਸਵੀਂ ਨੂੰ 10 ਨਹੀਂ ਪੜ੍ਹਨਾ, 10ਵੀਂ ਪੜ੍ਹਨਾ। ਦਸਵੀਂ ਦਾ ਭਾਵ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਛਪੈ ਛੰਦ ਤਪ ਪ੍ਰਸਾਦ। ਇਸ ਛੰਦ ਦਾ ਨਾਮ ਜਿਹੜਾ ਆਰੰਭ ਹੋਣ ਵਾਲਾ ਹੈ, ਸਭ ਤੋਂ ਪਹਿਲਾ ਛੰਦ ਹੈ, ਇਸ ਛੰਦ ਦਾ ਨਾਮ ਹੈ ਛਪੈ ਛੰਦ ਤਪ ਪ੍ਰਸਾਦ। ਤਪ ਦਾ ਅਰਥ ਸੀ ਉਹ ਅਕਾਲ ਪੁਰਖ। ਇਹ ਵਾਹਿਗੁਰੂ ਜੀ ਤੇਰੀ ਕਿਰਪਾ। ਤਪ ਪ੍ਰਸਾਦ, ਤਪ ਦਾ ਅਰਥ ਹੈ ਤੇਰੀ ਕਿਰਪਾ। ਤੇਰੀ ਕਿਰਪਾ ਦੇ ਨਾਲ ਬਾਣੀ ਆਰੰਭ ਕਰਨ ਲੱਗਾ ਹਾਂ। ਇਹ ਸਤਿਗੁਰੂ ਜੀ ਸਟਾਰਟਿੰਗ ਦੇ ਵਿੱਚ ਬਖਸ਼ਿਸ਼ ਕਰਦੇ ਆ। ਛਪੈ ਛੰਦ ਤਪ ਪ੍ਰਸਾਦ, ਤੇਰੀ ਕਿਰਪਾ ਦੇ ਨਾਲ ਛਪੈ ਛੰਦ ਉਚਾਰਨ ਲੱਗਾ ਹਾਂ। ਸਤਿਗੁਰੂ ਬਖਸ਼ਿਸ਼ ਕਰਦੇ ਆ। ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਨ ਜੇ। ਵਾਹਿਗੁਰੂ। ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਨ ਜੇਹ। रूप रंग अर रेख, भेख को कह न सकत केह। अचल मूरत अनभव प्रकाश, अमितोज किहिजै। कोट इंदर इंद्रान, साहान गणिजै। इत्थे साहो सहान भी पाठ आउंदा है, साहो ते साहे सहान भी पाठ आउंदा है। त्रिभवन महीप सुर नर असुर, नेत नेत बन तृण कहत। तब सर्व नाम कथै कवन, कर्म नाम बरनत सुमत। सतगुरु बख्शिश करदे आ। ਚੱਕਰ ਚਿਹਨ। ਚੱਕਰ ਦਾ ਅਰਥ ਹੁੰਦਾ ਹੈ ਸਾਧ ਸੰਗਤ, ਜਿਵੇਂ ਸਾਡੀਆਂ ਹੱਥਾਂ ਦੀਆਂ ਤੇ ਪੈਰਾਂ ਦੀਆਂ ਤਲੀਆਂ ਤੇ ਜਿਹੜੀਆਂ ਰਖਾਵਾਂ ਬਣੀਆਂ ਹੁੰਦੀਆਂ ਨਾ, ਇਹ ਸਾਰੀਆਂ ਨੂੰ ਜਿਹੜਾ ਚੱਕਰ ਗੋਲਾਕਾਰ ਚੱਕਰ ਦੇ ਵਿੱਚ ਬਣੀਆਂ ਹੁੰਦੀਆਂ ਸਾਰੀਆਂ। ਕੋਈ ਕਿਸੇ ਪਾਸੇ ਨੂੰ ਖਿੱਚੀ ਗਈ ਹੈ, ਕੋਈ ਕਿਸੇ ਪਾਸੇ ਨੂੰ। ਇਹ ਸਾਡੀਆਂ ਰੇਖਾਵਾਂ ਜਿਹੜੀਆਂ, ਇਹਨਾਂ ਨੂੰ ਚੱਕਰ ਕਿਹਾ ਜਾਂਦਾ ਹੈ। ਚੱਕਰ ਭਾਵ ਇਹਦੇ ਅਨੁਸਾਰ ਸਾਡਾ ਜਿਹੜਾ ਜੀਵਨ ਹੈ ਮੰਨਿਆ ਜਾਂਦਾ ਹੈ। ਜੋਤਸ਼ੀ ਕਹਿੰਦੇ ਕਿ ਇਹਨਾਂ ਦੇ ਅਨੁਸਾਰ ਤੁਹਾਡਾ ਜੀਵਨ ਚੱਲਦਾ ਹੈ। ਤੇ ਇਹ ਸਾਡੀਆਂ ਹੱਥਾਂ ਦੀਆਂ ਪੈਰਾਂ ਦੀਆਂ ਜਿੰਨੀਆਂ ਰੇਖਾਵਾਂ ਹੁੰਦੀਆਂ, ਇਹ ਸਾਡੇ ਚੱਕਰ ਹਨ। ਭਾਵ ਇਹ ਸਾਡਾ ਸਰੀਰ ਜਿਹੜਾ ਇਸੇ ਤਰੀਕੇ ਨਾਲ ਬਣਿਆ ਹੋਇਆ ਕਿ ਇਹਦੇ ਉੱਤੇ ਸਾਰੇ ਸਰੀਰ ਦੇ ਉੱਤੇ ਵੱਖ ਵੱਖ ਤਰ੍ਹਾਂ ਦੀਆਂ ਧਾਰੀਆਂ ਲੀਕਾਂ ਬਣੀਆਂ ਹੋਈਆਂ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਚੱਕਰ ਚਿਹਨ ਅਰ ਬਰਨ। ਸਤਿਗੁਰੂ ਕਹਿੰਦੇ ਉਹਦਾ ਕੋਈ ਚੱਕਰ ਨਹੀਂ ਹੈ। ਪਰਮੇਸ਼ਰ ਦਾ, ਪਰਮਾਤਮਾ ਦਾ, ਅਕਾਲ ਪੁਰਖ ਦਾ, ਉਹਦੇ ਸਰੀਰ ਤੇ ਕੋਈ ਰੇਖਾ ਨਹੀਂ ਵਗੀ ਹੋਈ। ਚਿਹਨ, ਚਿਹਨ ਦਾ ਅਰਥ ਹੁੰਦਾ ਹੈ ਨਿਸ਼ਾਨ। ਸਾਡੇ ਸਰੀਰ ਦੇ ਉੱਤੇ ਕਈ ਨਿਸ਼ਾਨ ਹੁੰਦੇ ਆ ਨਾ, ਕੋਈ ਬਚਪਨ ਦੇ ਹੁੰਦੇ ਆ, ਕਿਸੇ ਦੇ ਮੋਕਾ ਹੋਇਆ ਹੁੰਦਾ, ਕਿਸੇ ਦੇ ਕੋਈ ਦਾਗ ਹੁੰਦਾ, ਕਿਸੇ ਦੇ ਇੱਥੇ ਆ ਕੇ ਸੱਟ ਲੱਗ ਜਾਂਦੀ, ਉਹਦਾ ਨਿਸ਼ਾਨ ਪੈ ਜਾਂਦਾ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਉਸ ਪਰਮੇਸ਼ਰ ਦੇ ਸਰੀਰ ਦੇ ਉੱਤੇ ਉਹਦਾ ਤੇ ਪਹਿਲੀ ਗੱਲ ਸਰੀਰ ਹੀ ਕੋਈ ਨਹੀਂ, ਤੇ ਨਾ ਹੀ ਉਹਦੀ ਕੋਈ ਰੇਖਾ ਹੈਗੀ ਸਰੀਰ ਦੇ ਉੱਤੇ, ਤੇ ਨਾ ਹੀ ਉਸ ਸਰੀਰ ਦੇ ਉੱਤੇ ਕੋਈ ਦਾਗ ਹੈਗਾ, ਕੋਈ ਨਿਸ਼ਾਨ ਹੈਗਾ। ਚਿਹਨ ਦਾ ਅਰਥ ਹੁੰਦਾ ਨਿਸ਼ਾਨ। ਅਰ ਬਰਨ, ਬਰਨ ਦਾ ਅਰਥ ਹੁੰਦਾ ਸਾਧ ਸੰਗਤ ਰੰਗ। ਉਸ ਅਕਾਲ ਪੁਰਖ ਦਾ ਨਾ ਹੀ ਕੋਈ ਰੰਗ ਹੈ, ਨਾ ਹੀ ਕਹਿ ਸਕਦੇ ਉਹ ਕਾਲਾ ਹੈ, ਨਾ ਗੋਰਾ ਹੈ, ਨਾ ਸਾਵਲਾ ਹੈ। ਉਸ ਪਰਮੇਸ਼ਰ ਦਾ ਕੋਈ ਰੰਗ ਨਹੀਂ।
ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ। ਸਤਿਗੁਰ ਕਹਿੰਦੇ ਨਾ ਤੇ ਉਹਦੀ ਕੋਈ ਜਾਤ ਆ ਤੇ ਨਾ ਹੀ ਉਹਦੀ ਕੋਈ ਪਾਤ। ਪਾਤ ਦਾ ਅਰਥ ਨਾ ਹੀ ਉਹਦੀ ਕੋਈ ਕੁੱਲ ਹੈ, ਨਾ ਹੀ ਕੋਈ ਕਹਿ ਸਕਦਾ ਕਿ ਇਹ ਪਰਮੇਸ਼ਰ ਦੀ ਆਹ ਕੁੱਲ ਹੈ, ਪਰਮੇਸ਼ਰ ਇਸ ਕੁੱਲ ਚੋਂ ਹੈ। ਲੋਕ ਆਪਣੇ ਆਪ ਨੂੰ ਵਡਿਆਉਂਦੇ ਆ ਨਾ ਕਿ ਮੈਂ ਇਸ ਕੁੱਲ ਦੇ ਵਿੱਚੋਂ ਹਾਂ, ਮੈਂ ਇਸ ਕੁੱਲ ਵਿੱਚੋਂ ਹਾਂ। ਪਰ ਸਤਿਗੁਰ ਕਹਿੰਦੇ ਪਰਮੇਸ਼ਰ ਦੀ ਕੋਈ ਕੁੱਲ ਨਹੀਂ, ਉਹਦੀ ਕੋਈ ਜਾਤ ਨਹੀਂ। ਨਹਿਨ ਜਿਹੇ ਨਹੀਂ ਹੈ ਜਿਸ ਦੀ, ਜਿਹੇ ਦਾ ਅਰਥ ਹੈ ਜਿਸ ਦੀ, ਜਿਸ ਪਰਮੇਸ਼ਰ ਦੀ ਕੋਈ ਜਾਤ, ਕੋਈ ਪਾਤ, ਕੋਈ ਰੰਗ, ਕੋਈ ਚਿਹਨ, ਕੋਈ ਨਿਸ਼ਾਨ, ਕੋਈ ਵੀ ਲਕੀਰ ਉਹਦੇ ਉੱਤੇ ਨਹੀਂ ਹੈ। ਉਹ ਪਰਮੇਸ਼ਰ ਐਸਾ ਹੈ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ। ਸਤਿਗੁਰੂ ਬਖਸ਼ਿਸ਼ ਕਰਦੇ ਹੋ ਪਰਮੇਸ਼ਰ ਦਾ ਕੋਈ ਰੂਪ ਨਹੀਂ ਹੈ, ਉਹਦਾ ਕਿਸੇ ਤਰ੍ਹਾਂ ਦਾ ਕੋਈ ਵਿਸ਼ੇਸ਼ ਰੂਪ ਨਹੀਂ ਹੈ ਕਿ ਉਹਦੇ ਕਿਸ ਤਰ੍ਹਾਂ ਦੇ, ਜਿਵੇਂ ਆਪਣੇ ਸਰੀਰ ਦੇ ਕੰਨ ਹਨ, ਨਾਸਾਂ ਹਨ, ਅੱਖਾਂ ਹਨ। ਸਤਿਗੁਰੂ ਕਹਿੰਦੇ ਉਹਦਾ ਕੋਈ ਰੂਪ ਨਹੀਂ ਹੈ। ਰੂਪ ਰੰਗ, ਉਹਦਾ ਕੋਈ ਰੰਗ ਵੀ ਨਹੀਂ ਹੈ ਕਿ ਉਹ ਇਸ ਰੰਗ ਦਾ ਹੈ, ਕਿ ਕਿਸੇ ਵੀ ਖਾਸ ਰੰਗ ਦਾ ਪਰਮੇਸ਼ਰ ਨਹੀਂ ਹੈ। ਰੂਪ ਰੰਗ ਅਰ ਰੇਖ। ਸਤਿਗੁਰੂ ਕਹਿੰਦੇ ਆ ਕਿ ਉਹ ਜਿਹੜਾ ਪਰਮੇਸ਼ਰ ਹੈ ਨਾ, ਉਹਦੀ ਕੋਈ ਰੇਖ ਭਾਵ ਉਸ ਪਰਮੇਸ਼ਰ ਦਾ ਕਿਸੇ ਤਰ੍ਹਾਂ ਦੀ ਕੋਈ ਉਹਦਾ ਕੋਈ ਲੀਕ ਨਹੀਂ ਹੈ, ਉਹਦੇ ਬਾਰੇ ਕਿਹਾ ਨਹੀਂ ਜਾ ਸਕਦਾ, ਐਸੀ ਉਹਦੀ ਹਸਤੀ ਹੈ। ਕੋਈ ਵਿਸ਼ੇਸ਼ ਤਰ੍ਹਾਂ ਦੀ ਜਿਹੜੀ ਹੈ ਉਹਦੀ ਕੋਈ ਜਿਵੇਂ ਹੁੰਦਾ ਹੈ ਨਾ ਸਾਡੇ ਸਰੀਰ ਦੀ ਵਿਸ਼ੇਸ਼ ਤੌਰ ਦੇ ਉੱਤੇ ਸਾਡੀਆਂ ਸਰੀਰ ਦੀਆਂ ਰੇਖਾਵਾਂ ਹੁੰਦੀਆਂ, ਇਸ ਤਰ੍ਹਾਂ ਕੋਈ ਰੇਖ ਨਹੀਂ ਹੈ ਉਸ ਪਰਮੇਸ਼ਰ ਦੇ ਸਰੀਰ ਦੇ ਉੱਤੇ। ਭਾਵ ਉਹ ਐਸਾ ਅਲੇਖ ਹੈ, ਉਹਦੇ ਸਰੀਰ ਦੀ ਕੋਈ ਉਹਦਾ ਜਿਹੜਾ ਪਸਾਰਾ ਹੈ, ਸਮੁੱਚੀ ਜਿਹੜੀ ਹੈ ਉਹਦਾ ਪਹਿਲੀ ਗੱਲ ਤੇ ਕੋਈ ਸਰੀਰ ਹੀ ਨਹੀਂ ਤੇ ਨਾ ਹੀ ਉਹਦੇ ਤੇ ਕੋਈ ਰੇਖ ਹੈ। ਰੇਖ ਭੇਖ, ਭੇਖ ਦਾ ਅਰਥ ਹੁੰਦਾ ਹੈ ਕਿਸੇ ਤਰ੍ਹਾਂ ਦਾ ਕੋਈ ਨੇ ਲਿਬਾਸ ਨਹੀਂ ਵਿਸ਼ੇਸ਼ ਪਹਿਨਿਆ ਹੋਇਆ। ਕਿਹੜਾ ਲਿਬਾਸ ਹੈ ਉਹਦਾ? ਕੋਈ ਵੀ ਉਹਦਾ ਪਰਮੇਸ਼ਰ ਦਾ ਲਿਬਾਸ ਨਹੀਂ ਹੈ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਕੋਈ ਕਹਿ ਨਹੀਂ ਸਕਦਾ ਕਿ ਪਰਮੇਸ਼ਰ ਦਾ ਇਹ ਭੇਖ ਹੈ, ਪਰਮੇਸ਼ਰ ਇਹ ਕੱਪੜੇ ਪਹਿਨਦਾ ਹੈ, ਪਰਮੇਸ਼ਰ ਨੇ ਆਹ ਲਿਬਾਸ ਪਹਿਨਿਆ ਹੋਇਆ ਹੈ। ਇਹ ਕੋਈ ਵੀ ਨਹੀਂ ਕਹਿ ਸਕਦਾ, ਕੋਈ ਇਹ ਗੱਲ ਕਹਿ ਹੀ ਨਹੀਂ ਸਕਦਾ ਕਿ ਪਰਮੇਸ਼ਰ ਦਾ ਐਸਾ ਰੰਗ ਹੈ, ਐਸਾ ਰੇਖ ਹੈ, ਐਸਾ ਉਹਦਾ ਪਹਿਰਾਵਾ ਹੈ। ਕੋਈ ਕਹਿ ਹੀ ਨਹੀਂ ਸਕਦਾ। ਅਚਲ ਮੂਰਤ ਅਨਭਉ ਪ੍ਰਕਾਸ਼। ਅਚਲ, ਚੱਲ ਦਾ ਅਰਥ ਹੁੰਦਾ ਹੈ ਸਾਧ ਸੰਗਤ, ਚੱਲ ਜਿਹੜਾ ਹੁੰਦਾ ਹੈ ਸ਼ਬਦ ਚੱਲ, ਚੱਲ ਦਾ ਅਰਥ ਹੁੰਦਾ ਹੈ ਜਿਹੜਾ ਚਲਾਏਮਾਨ ਹੈ, ਜਿਹੜਾ ਹਿੱਲ ਜਾਂਦਾ ਹੈ, ਜਿਹੜਾ ਖਤਮ ਹੋ ਜਾਂਦਾ ਹੈ। ਤੇ ਇੱਥੇ ਸ਼ਬਦ ਅਚਲ ਵਰਤਿਆ ਐੜਾ ਲਾ ਕੇ, ਜਿਹੜਾ ਸਦਾ ਸਦੀਵੀ ਹੈ, ਜਿਹੜਾ ਅਟਲ ਹੈ, ਜਿਹੜਾ ਚਲਾਏਮਾਨ ਨਹੀਂ ਹੈ। ਹੁਣ ਸਾਡਾ ਬਚਪਨ ਹੈ, ਸਮਾਂ ਆਵੇਗਾ ਜਵਾਨੀ ਵੀ ਆਵੇਗੀ, ਸਮਾਂ ਆਵੇਗਾ ਬੁਢੇਪਾ ਵੀ ਆਵੇਗਾ, ਬੁਢੇਪੇ ਤੋਂ ਬਾਅਦ ਫਿਰ ਮੌਤ ਵੀ ਹੋਵੇਗੀ। ਇਹ ਹੈ ਚਲਾਏਮਾਨ, ਅਸੀਂ ਚਲਾਏਮਾਨ ਹਾਂ। ਇਸ ਕਰਕੇ ਪਰਮੇਸ਼ਰ ਚਲਾਏਮਾਨ ਨਹੀਂ ਹੈ, ਉਹਦੇ ਉੱਤੇ ਕੋਈ ਬਚਪਨ ਨਹੀਂ ਆਉਂਦਾ, ਕੋਈ ਉਹਨੂੰ ਜਵਾਨੀ ਨਹੀਂ ਆਉਂਦੀ, ਕੋਈ ਵੀ ਉਸ ਪਰਮੇਸ਼ਰ ਨੂੰ ਬੁਢੇਪਾ ਨਹੀਂ ਆਉਂਦਾ ਤੇ ਫਿਰ ਉਹ ਮਰਦਾ ਨਹੀਂ ਹੈ। ਇਸ ਕਰਕੇ ਉਹ ਅਚਲ ਹੈ। ਅਚਲ ਮੂਰਤ, ਉਹਦੀ ਜਿਹੜੀ ਮੂਰਤ ਹੈ ਨਾ, ਉਹਦਾ ਜਿਹੜਾ ਉਸ ਪਰਮੇਸ਼ਰ ਦੀ ਜਿਹੜੀ ਮੂਰਤ ਹੈ ਉਹ ਅਚਲ ਹੈ, ਉਹ ਚਲਾਏਮਾਨ ਨਹੀਂ ਹੈ। ਅਚਲ ਮੂਰਤ ਅਨਭਉ ਪ੍ਰਕਾਸ਼। ਉਸ ਪਰਮੇਸ਼ਰ ਦਾ ਜਿਹੜਾ ਪ੍ਰਕਾਸ਼ ਹੈ, ਅਨਭਉ ਪ੍ਰਕਾਸ਼, ਉਹ ਪਰਮਾਤਮਾ ਦਾ ਆਪਣੇ ਆਪ ਦਾ ਅਨਭਉ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਅਨਭਉ ਪ੍ਰਕਾਸ਼, ਉਹ ਕਿਸੇ ਦੇ ਪ੍ਰਕਾਸ਼ ਦੇ ਨਾਲ ਪ੍ਰਕਾਸ਼ ਨਹੀਂ ਉਹਦੇ ਵਿੱਚ ਆਇਆ, ਉਹ ਆਪਣੇ ਆਪ ਦਾ ਗਿਆਨ ਉਹਨੂੰ ਆਪੇ ਤੋਂ ਹੋਇਆ ਹੈ। ਅਨਭਉ ਪ੍ਰਕਾਸ਼ ਅਮਿਤੋਜ ਕਿਹਿਜੈ। ਅਮਿਤੋਜ, ਓਜ ਦਾ ਅਰਥ ਹੁੰਦਾ ਹੈ ਬਲ, ਤਾਕਤ। ਅਮਿਤ ਦਾ ਅਰਥ ਬਣਿਆ ਜਿਹਦਾ ਬਲ ਮਿਣਿਆ ਨਾ ਜਾਵੇ, ਜਿਸ ਦੀ ਤਾਕਤ ਮਿਣੀ ਨਾ ਜਾਵੇ। ਅਮਿਤੋਜ ਕਿਹਿਜੈ, ਉਸ ਪਰਮੇਸ਼ਰ 'ਚ ਇੰਨੀ ਤਾਕਤ ਹੈ ਜਿਹੜੀ ਕਹੀ ਨਹੀਂ ਜਾ ਸਕਦੀ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਿਹਿਜੈ। ਇਹ ਕਿਹਾ ਜਾਂਦਾ ਹੈ, ਇਹ ਮੰਨਿਆ ਜਾਂਦਾ ਹੈ ਕਿ ਪਰਮੇਸ਼ਰ ਜਿਹੜਾ ਉਹ ਚਲਾਏਮਾਨ ਨਹੀਂ ਹੈ। ਪਰਮੇਸ਼ਰ ਦੀ ਮੂਰਤ ਜਿਹੜੀ ਹੈ
ਉਹ ਚਲਾਏਮਾਨ ਨਹੀਂ ਹੈ। ਸਾਡੀਆਂ ਮੂਰਤਾਂ ਚਲਾਏਮਾਨ ਹਨ। ਅੱਜ ਸਾਡਾ ਸਰੀਰ ਜਵਾਨ ਹੈ, ਕੱਲ ਨੂੰ ਬੁਢੇਪਾ ਆਏਗਾ, ਵਾਲ ਚਿੱਟੇ ਹੋ ਜਾਣਗੇ, ਮੂਰਤ ਜਿਹੜੀ ਬਦਲ ਜਾਵੇਗੀ। ਇਸੇ ਤਰ੍ਹਾਂ ਪਰਮੇਸ਼ਰ ਦੀ ਮੂਰਤ ਜਿਹੜੀ ਉਹ ਚਲਾਏਮਾਨ ਨਹੀਂ ਹੈ। ਅਨਭਉ ਪ੍ਰਕਾਸ਼, ਉਸਦਾ ਪ੍ਰਕਾਸ਼ ਜਿਹੜਾ ਅਨਭਉ ਭਾਵ ਆਪਣੇ ਆਪ ਤੋਂ ਉਸਦਾ ਪ੍ਰਕਾਸ਼ ਹੈ। ਉਹ ਆਪਣੇ ਆਪ ਦਾ ਗਿਆਨ ਉਹਨੂੰ ਆਪੇ ਤੋਂ ਹੋਇਆ ਹੈ। ਕਿਸੇ ਨੇ ਇਹ ਨਹੀਂ ਦੱਸਿਆ ਕਿ ਤੂੰ ਪਰਮੇਸ਼ਰ ਹਾਂ। ਉਹ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਹੋਇਆ। ਅਮਿਤੋਜ ਕੀਜੈ, ਉਹਦਾ ਜਿਹੜਾ ਪਰਮੇਸ਼ਰ ਦਾ ਬਲ ਹੈ, ਜਿਹੜਾ ਤਾਕਤ ਹੈ, ਅਮਿਤੋਜ ਭਾਵ ਮਿਣਿਆ ਨਹੀਂ ਜਾ ਸਕਦਾ। ਅਮਿਤੋਜ ਕੀਜੈ ਕਿਹਾ ਜਾਂਦਾ ਹੈ ਕਿ ਉਹਦੇ ਵਿੱਚ ਬਹੁਤ ਬਲ ਹੈ ਪਰਮੇਸ਼ਰ ਵਿੱਚ। ਕੋਟ ਇੰਦਰ ਇੰਦਰਾਨ ਸਾਹਾਨ ਗਣਿਜੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਖਸ਼ਿਸ਼ ਕਰਦੇ ਆ ਕਿ ਕਰੋੜਾਂ ਹੀ ਜਿਹੜੇ ਆ ਕੋਟ ਇੰਦਰ, ਕਰੋੜਾਂ ਹੀ ਇੰਦਰ ਵਰਗੇ ਇੰਦਰਾਨ, ਜਿਹੜੇ ਇੰਦਰ ਦੇ ਦਰਬਾਰ ਦੇ ਵਿੱਚ ਖੜੇ ਹਨ ਦੇਵਤੇ। ਇੰਦਰ ਤੇ ਇੰਦਰਾਨ ਤੋਂ ਭਾਵ ਇੰਦਰ ਦੇ ਸਿੰਘਾਸਨ ਵਰਗੇ ਲੱਖਾਂ ਹੀ ਸਿੰਘਾਸਨ ਜਿਹੜੇ ਆ, ਕੋਟ ਕਰੋੜਾਂ ਹੀ ਇੰਦਰ ਤੇ ਇੰਦਰਾਨ, ਹੋਰ ਇੰਦਰ ਵਰਗੇ ਜਿੰਨੇ ਵੀ ਦੇਵਤੇ ਹਨ, ਕੋਟ ਇੰਦਰ ਇੰਦਰਾਨ ਸਾਹੋ ਸਾਹਾਨ ਗਣਿਜੈ। ਸਤਿਗੁਰ ਕਹਿੰਦੇ ਆ ਕਿ ਕਰੋੜਾਂ ਹੀ ਰਾਜੇ ਜਿਹੜੇ ਇੰਦਰ ਵਰਗੇ ਆ, ਜਿਹੜੇ ਮੰਨੇ ਗਏ ਆ, ਕੋਟ ਇੰਦਰ ਇੰਦਰਾਨ ਸਾਹੋ ਸਾਹਾਨ ਗਣਿਜੈ, ਜਿਨ੍ਹਾਂ ਦੀ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ। ਗਣਿਜੈ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ, ਜਿਹੜੇ ਗਿਣੇ ਜਾਂਦੇ ਆ, ਮੰਨੇ ਜਾਂਦੇ ਆ ਕਿ ਇੰਨੇ ਕਰੋੜ ਜਿਹੜੇ ਦੇਵੀ ਦੇਵਤੇ ਆ, ਸਾਹਾਨ ਜਿੰਨੇ ਵੀ ਰਾਜੇ ਹਨ, ਜਿੰਨੇ ਵੀ ਦੇਵਤੇ ਹਨ, ਜਿਹੜੇ ਗਿਣੇ ਜਾਂਦੇ ਹਨ। ਤ੍ਰਿਭਵਨ ਮਹੀਪ, ਤ੍ਰਿਭਵਨ ਭਾਵ ਤਿੰਨ ਭਵਨ, ਪ੍ਰਿਥਵੀ ਆਕਾਸ਼ ਤੇ ਪਤਾਲ ਮੰਨੇ ਗਏ ਆ। ਤ੍ਰਿਭਵਨ ਮਹੀਪ, ਮਹੀਪ ਦਾ ਅਰਥ ਹੈ ਧਰਤੀ ਦੇ ਰਾਜੇ ਜਿਹੜੇ ਹਨ, ਧਰਤੀ ਦੇ ਰਾਖੇ। ਤ੍ਰਿਭਵਨ ਮਹੀਪ ਜਿਹੜੇ ਧਰਤੀ ਤੇ ਆਕਾਸ਼ ਤੇ ਪਤਾਲ ਦੇ ਵਿੱਚ ਰਹਿਣ ਵਾਲੇ। ਸੁਰ ਨਰ ਅਸੁਰ, ਜਿਹੜੇ ਸੁਰ, ਸੁਰ ਤੋਂ ਭਾਵ ਦੇਵਤੇ, ਨਰ ਤੋਂ ਭਾਵ ਮਨੁੱਖ, ਅਸੁਰ ਤੋਂ ਭਾਵ ਦੈਤ। ਨੇਤ ਨੇਤ ਬਣ ਤ੍ਰਿਣ ਕਹਿਤ, ਉਹਨੂੰ ਨੇਤ ਨੇਤ ਕਹਿੰਦੇ ਆ। ਨੇਤ ਤੋਂ ਭਾਵ ਨਾ ਇਤੀ, ਕਿ ਉਹ ਪਰਮੇਸ਼ਰ ਐਸਾ ਹੈ, ਐਸਾ ਨਹੀਂ ਹੈ। ਇਸ ਤਰ੍ਹਾਂ ਕਰਕੇ ਉਹਦੀ ਉਪਮਾ ਕਰਦੇ ਆ। ਤੇ ਸਿਰਫ ਇਹੀ ਨਹੀਂ, ਕਰੋੜਾਂ ਇੰਦਰ ਦੇਵਤੇ, ਕਰੋੜਾਂ ਰਾਜੇ, ਕਰੋੜਾਂ ਹੀ ਜਿਹੜੇ ਆ ਸੁਰ ਨਰ ਦੇਵਤੇ ਜਿੰਨੇ ਵੀ ਹਨ, ਉਹੀ ਨਹੀਂ ਸਿਰਫ ਉਹਦੀ ਉਪਮਾ ਕਰਦੇ। ਨੇਤ ਨੇਤ ਬਣ ਤ੍ਰਿਣ ਕਹਿਤ, ਜਿਹੜੇ ਬਣ ਹਨ, ਬਣ ਤੋਂ ਭਾਵ ਜਿਹੜੇ ਜੰਗਲ ਹਨ, ਤ੍ਰਿਣ ਤੋਂ ਭਾਵ ਜਿਹੜੇ ਘਾਹ ਦੇ ਤਿਨਕੇ ਹਨ, ਉਹ ਵੀ ਉਸ ਪਰਮੇਸ਼ਰ ਨੂੰ ਨੇਤ ਨੇਤ ਬਿਆਨ ਕਰਦੇ ਆ। ਭਾਵ ਸਿਰਫ ਮਨੁੱਖ, ਦੇਵਤੇ ਜਾਂ ਦੈਂਤ ਹੀ ਉਸ ਪਰਮੇਸ਼ਰ ਨੂੰ ਨੇਤ ਨੇਤ ਨਹੀਂ ਕਹਿੰਦੇ, ਸਗੋਂ ਸਮੁੱਚੀ ਬਨਸਪਤੀ ਉਸ ਪਰਮੇਸ਼ਰ ਨੂੰ ਨੇਤ ਕਹਿੰਦੀ ਹੈ। ਕਿ ਉਹ ਪਰਮੇਸ਼ਰ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਉਹ ਪਰਮੇਸ਼ਰ ਕੈਸਾ ਹੈ। ਨੇਤ ਨੇਤ ਬਣ ਤ੍ਰਿਣ ਕਹਿਤ, ਤਵ ਸਰਬ ਨਾਮ ਕਥੈ ਕਵਣ। ਸਤਿਗੁਰ ਕਹਿੰਦੇ ਕਿ ਹੇ ਪਰਮੇਸ਼ਰ ਜੀ, ਇਹ ਅਕਾਲ ਪੁਰਖ ਜੀ, ਆਪ ਜੀ ਦੇ ਸਾਰੇ ਨਾਮ ਕੌਣ ਕਥਨ ਕਰ ਸਕਦਾ ਹੈ? ਕੋਈ ਕਥਨ ਨਹੀਂ ਕਰ ਸਕਦਾ। ਮਿਥਿਹਾਸ ਮੰਨਿਆ ਜਾਂਦਾ ਕਿ ਜਿਹੜਾ ਸ਼ੇਸ਼ਨਾਗ ਹੈ, ਉਹਦੀਆਂ ਹਜ਼ਾਰਾਂ ਹੀ ਫੰਨਾਂ ਹਨ, ਤੇ ਉਹ ਸਾਰੀਆਂ ਫੰਨਾਂ ਦੇ ਨਾਲ ਪਰਮੇਸ਼ਰ ਨੂੰ ਸਿਮਰ ਰਿਹਾ, ਪਰ ਉਹਦੇ ਕੋਲੋਂ ਵੀ ਪਰਮੇਸ਼ਰ ਦਾ ਅੰਤ ਜਿਹੜਾ ਉਹ ਨਹੀਂ ਪਾਇਆ ਜਾ ਸਕਦਾ। ਤਵ ਸਰਬ ਨਾਮ ਕਥੈ ਕਵਣ, ਸਤਿਗੁਰ ਕਹਿੰਦੇ ਕੌਣ ਕਥਨ ਕਰ ਸਕਦਾ ਤੇਰੇ ਸਾਰੇ ਨਾਮ? ਕਰਮ ਨਾਮ ਵਰਨਤ ਸੁਮਤ, ਪਰਮੇਸ਼ਰ ਜੀ ਤੁਹਾਡੇ ਜਿਹੜੇ ਕਰਮ ਨਾਮ ਹਨ, ਉਹੀ ਅਸੀਂ ਜਿਹੜਾ ਹੈ ਉਹ ਕਹਿਣ ਲੱਗੇ ਹਾਂ, ਉਹੀ ਅਸੀਂ ਆਪਣੀ ਸੁਮਤ ਦੇ ਨਾਲ ਦੱਸ ਸਕਦੇ ਹਾਂ ਕਿ ਆਪ ਜੀ ਦੇ ਕੀ ਕਰਮ ਨਾਮ ਹਨ। ਭਾਵ ਕਿ ਕਿਹੜੇ ਜਿਹੜੇ ਜਿਹੜੇ ਤੁਸੀਂ ਕਰਮ ਕਰਦੇ ਹੋ ਸੰਸਾਰ ਦੇ ਵਿੱਚ ਜੀਵਾਂ ਨੂੰ। ਜੇ ਆਪ ਜੀ ਧਨ ਦੇਣ ਵਾਲੇ ਹੋ, ਆਪ ਜੀ ਕੁਛ ਦੇਣ ਵਾਲੇ ਹੋ, ਤੇ ਆਪ ਜੀ ਨੂੰ ਦਾਤਾ ਕਹਿ ਦਿੱਤਾ। ਜੇ ਆਪ ਜੀ ਰੱਖਿਆ ਕਰਨ ਵਾਲੇ ਹੋ ਤੇ ਆਪ ਜੀ ਨੂੰ ਰੱਖਿਆ ਕਰਨ ਵਾਲਾ ਕਹਿ ਦਿੱਤਾ, ਰਖਵਾਲਾ ਕਹਿ ਦਿੱਤਾ। ਜੇ ਆਪ ਜੀ ਦਿਲ ਦੀਆਂ ਜਾਣਨ ਵਾਲੇ ਹੋ ਤੇ ਆਪ ਜੀ ਨੂੰ ਅੰਤਰਜਾਮੀ ਕਹਿ ਦਿੱਤਾ। ਇਹ ਆਪ ਜੀ ਜਿਸ ਤਰ੍ਹਾਂ ਦੇ ਇੱਥੇ ਸੰਸਾਰ ਤੇ ਕਰਮ ਕਰਦੇ ਹੋ ਨਾ ਜੀਵਾਂ ਵਾਸਤੇ, ਉਹੀ ਨਾਮ ਘੜ ਕੇ ਆਪ ਜੀ ਦੀ ਉਸਤਤ ਕੀਤੀ ਜਾਂਦੀ ਆ।
पर परमेश्वर जी तुहाडे सारे नाम कथन तो परे हन। भावें जिन्ने मर्जी देवते सुर नार असुर नेत नेत कह करके आप जी ਨੂੰ ਵਡਿਆਉਂਦੇ ਹਨ। ਨਾ ਤੇ ਉਹਨਾਂ ਦੇ ਵਡਿਆਇਆ ਹੀ ਆਪ ਜੀ ਦਾ ਕੋਈ ਅੰਤ ਪਾਇਆ ਜਾ ਸਕਦਾ ਤੇ ਨਾ ਸਤਿਗੁਰ ਕਹਿੰਦੇ ਮੇਰੇ ਹੀ ਵਡਿਆਇਆ ਅੰਤ ਪਾਇਆ ਜਾ ਸਕਦਾ। ਪਰ ਫਿਰ ਵੀ ਮੈਂ ਆਪਣੀ ਸਮੱਤ ਦੇ ਨਾਲ ਜਿੰਨੀ ਕੁ ਮੇਰੀ ਮੱਤ ਹੈ ਮੈਂ ਉਹਦੇ ਨਾਲ ਇਹ ਪਰਮੇਸ਼ਰ ਜੀ ਆਪ ਜੀ ਦੇ ਕਰਮ ਨਾਮ ਜਿਹੜੇ ਆ ਉਹ ਬਿਆਨ ਕਰਦਾ ਹਾਂ। ਕੋਈ ਵੀ ਆਪ ਜੀ ਦੀ ਸਿਆਣੇ ਤੋਂ ਸਿਆਣਾ ਬੰਦਾ ਵੀ ਆਪ ਜੀ ਦੀ ਉਪਮਾ ਜਿਹੜੀ ਹੈ ਉਹ ਕਰਨ ਲੱਗਿਆ ਪਰਮੇਸ਼ਰ ਜੀ ਆਪ ਜੀ ਨੂੰ ਬਿਆਨ ਨਹੀਂ ਕਰ ਸਕਦਾ। ਪਰ ਜਿੰਨੇ ਵੀ ਆਪ ਜੀ ਦੇ ਕਰਮ ਨਾਮ ਹਨ ਜੋ ਆਪ ਜੀ ਜੀਵਾਂ ਨੂੰ ਬਖਸ਼ਿਸ਼ਾਂ ਕਰਦੇ ਹੋ ਉਸ ਹਿਸਾਬ ਦੇ ਨਾਲ ਆਪ ਜੀ ਦੇ ਕਰਮ ਨਾਮ ਜਿਹੜੇ ਆ ਵਰਨ ਸੁਮੱਤ ਜਿੰਨੀ ਕੁ ਬਖਸ਼ਿਸ਼ ਕੀਤੀ ਹੈ ਆਪ ਜੀ ਵੱਲੋਂ ਉਹਦੇ ਨਾਲ ਮੈਂ ਕਹਿਣਾ ਹਾਂ। ਸੋ ਸਤਿਗੁਰਾਂ ਨੇ ਇਹ ਜਿਹੜਾ ਪਹਿਲਾ ਛੰਦ ਇੱਥੇ ਸਮਾਪਤ ਕੀਤਾ ਹੈ ਤੇ ਅੱਗੇ ਸਤਿਗੁਰਾਂ ਨੇ ਨਮਸਕਾਰ ਪਰਮੇਸ਼ਰ ਨੂੰ ਕੀਤੀ ਹੈ। ਉਹਦੇ ਕਰਮ ਵਾਹਿਗੁਰੂ ਸਤਿਗੁਰੂ ਬਖਸ਼ਿਸ਼ ਕਰਦੇ ਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭੁਜੰਗ ਪ੍ਰਯਾਤ ਛੰਦ। ਭੁਜੰਗ ਪ੍ਰਯਾਤ ਛੰਦ ਹੈ। ਭੁਜੰਗ ਦਾ ਅਰਥ ਹੁੰਦਾ ਸੱਪ। ਸੱਪ ਦੀ ਚਾਲ ਵਾਲਾ ਇਹ ਜਿਹੜਾ ਛੰਦ ਹੈ ਇੱਥੋਂ ਆਰੰਭ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਬਖਸ਼ਿਸ਼ ਕਰਦੇ ਨਮਸਤਵੰ ਅਕਾਲੇ ਨਮਸਤਵੰ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ। ਇੱਥੇ ਸ਼ਬਦ ਨਮਸਤਵੰ ਇਹਨੂੰ ਇਸ ਤਰ੍ਹਾਂ ਪੜ੍ਹਨਾ ਨਮਸਤਵੰ ਜਿਹੜਾ ਵਾਹਵਾ ਪੈਰ ਦੇ ਵਿੱਚ ਲੱਗਾ ਹੈ ਨਾ ਇਹਦੇ ਉੱਪਰ ਟਿੱਪੀ ਲਾਉਣੀ ਹੈ ਪਰ ਇਹਨੂੰ ਅੱਧਾ ਗੱਗਾ ਬੋਲਣਾ ਹੈ। ਅੱਧਾ ਗੱਗਾ ਨਮਸਤਵੰਗ ਨਹੀਂ ਪੜ੍ਹਨਾ ਨਮਸਤਵੰ ਇਸ ਤਰ੍ਹਾਂ ਪੜ੍ਹਨਾ ਹੈ। ਭਾਵ ਅੱਧਾ ਗੱਗਾ ਜਿਹੜਾ ਹੈ ਇੱਥੇ ਬੋਲਿਆ ਜਾਣਾ। ਨਮਸਤਵੰ ਜਿਵੇਂ ਆਪਾਂ ਗੁਰਮੁਖ ਨਾਦੰ ਗੁਰਮੁਖ ਵੇਦੰ ਪੜ੍ਹਦੇ ਆ ਨਾ ਉਸ ਤਰ੍ਹਾਂ ਇੱਥੇ ਜਿਹੜਾ ਹੈ ਟਿੱਪੀ ਦਾ ਉਚਾਰਨ ਹੋਣਾ ਅਖੀਰਲੇ ਸ਼ਬਦ ਦੇ ਨਾਲ ਅੱਧਾ ਬੋਲਿਆ ਜਾਣਾ ਟਿੱਪੀ ਨੂੰ। ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤਵੰ ਅਰੂਪੇ ਨਮਸਤਵੰ ਅਨੂਪੇ। ਫਿਰ ਮੈਂ ਪੜ੍ਹ ਦਿੰਦਾ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤਵੰ ਅਰੂਪੇ ਨਮਸਤਵੰ ਅਨੂਪੇ। ਸੋ ਇੱਛਾ ਇਹ ਹੈ ਦਾਸ ਦੀ ਕਿ ਆਪਾਂ ਇਸ ਸਾਰੀ ਜਿਹੜੀ ਹੈ ਨਾ ਸਾਰਾ ਛੰਦ ਹੈ ਭੁਜੰਗ ਪ੍ਰਜਾਤ ਇਹਦੇ ਆਪਾਂ ਜਿਹੜੇ ਅਰਥ ਆ ਉਹ ਆਪਾਂ ਕੱਲ ਨੂੰ ਕਰਾਂਗੇ ਤੇ ਫਿਲਹਾਲ ਇਹਦਾ ਜਿਹੜਾ ਮੂਲ ਪਾਠ ਹੈ ਆਪਾਂ ਸਾਰਾ ਉਚਾਰ ਲਈਏ ਤਾਂ ਕਿ ਪਤਾ ਲੱਗ ਜਾਵੇ। ਫਿਰ ਉਸ ਤੋਂ ਬਾਅਦ ਗਿਆਨੀ ਜੀ ਨੇ ਵੀ ਆਪ ਜੀ ਨਾਲ ਵਿਚਾਰ ਕਰਨੀ ਹੈ। ਸੋ ਆਪਾਂ ਜਿਹੜਾ ਹੈ ਨਾ ਇਹਦਾ ਮੂਲ ਪਾਠ ਸਾਰਾ ਜਿਹੜਾ ਦਾਸ ਆਪ ਜੀ ਨਾਲ ਸਾਂਝਾ ਕਰ ਲਵੇ ਉਸ ਤੋਂ ਬਾਅਦ ਜਿਹੜਾ ਆ ਗਿਆਨੀ ਜੀ ਆਪ ਨਾਲ ਸਾਂਝ ਪਾਉਣਗੇ ਤੇ ਇਹਨਾਂ ਇਸ ਪੂਰੀ ਛੰਦ ਦੇ ਜਿਹੜੇ ਅਰਥ ਹਨ ਉਹ ਆਪਾਂ ਕੱਲ ਨੂੰ ਜਿਹੜਾ ਹੈ ਉਹ ਵਿਚਾਰ ਕਰ ਲਵਾਂਗੇ। ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ। ਵਾਹਿਗੁਰੂ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਧੇ। ਨਮਸਤੰ ਅਨਾਦੇ ਪੜ੍ਹਨਾ ਅਨਾਦੇ ਨਹੀਂ ਇੱਥੇ ਪੜ੍ਹਨਾ ਹੌਲਾ ਕਰਕੇ ਪੜ੍ਹਨਾ ਦੱਦਾ ਸ਼ਬਦ ਹੈ ਤੇ ਸਤਵੀਂ ਪੌੜੀ ਦੇਖੋ ਆਪ ਸਤਵਾਂ ਬੰਦ ਨਮਸਤੰ ਅਗਾਧੇ ਇਹਨੂੰ ਭਾਰਾ ਪੜ੍ਹਨਾ ਕਿਉਂਕਿ ਅਖੀਰ ਤੇ ਧੱਦਾ ਲੱਗਾ ਹੋਇਆ। ਨਮਸਤੰ ਅਗੰਜੇ ਨਮਸਤੰ ਅਪੰਜੇ
नमस्तं उदारे, इन्हू उधारे नहीं पढ़ना, इन्हू उदारे पढ़ना। दद्दा लगा है ना, इस करके पोला पढ़ना इन्हू। जे धद्दा लगा हुंदा फिर आपां उधारे पढ़ना सी। इत्थे उदारे शब्द है। नमस्तं उदारे, नमस्तं अपारे, नमस्तं सो एक है, नमस्तं अनेकै, नमस्तं अपूते, नमस्तं अजूपे, नमस्तं निर्कर्मे, नमस्तं निर्भरमे, नमस्तं निर्देशे, नमस्तं निरपेशे। नमस्तं निर्नामे, नमस्तं निर्कामे, नमस्तं निर्ताते, नमस्तं निर्काते, नमस्तं निर्तुते, नमस्तं अपूते, नमस्तं अलोके, नमस्तं अशोके, नमस्तं निर्तापे, नमस्तं अथापे, नमस्तं तिरमाने, नमस्तं निदाने, नमस्तं अगाहे, नमस्तं अबाहे, नमस्तं तिरवर्गे, नमस्तं असर्गे, नमस्तं परभोगे, नमस्तं सुजोगे, नमस्तं अरंगे, नमस्तं अपंगे। नमस्तं अगम्ये, नमस्तस्त रम्ये, नमस्तं जलासरे, नमस्तस्त पढ़ना है जी इत्थे। नमस्तं अगंजे, नमस्तस्त रम्ये, नमस्तस्त जलासं निरासरे, नमस्तं अजाते, नमस्तं अपाते, नमस्तं अमजबे, नमस्तस्त अजबे, नमस्तस्त अजबे, आदेशं आदेशे, नमस्तं अपेशे, आदेशं आदेशे, नमस्तं अपेशे, नमस्तं निर्तामे, नमस्तं निर्बामे, नमो सर्व काले, नमो सर्व दयाले, नमो सर्व रूपे, नमो सर्व भूपे, नमो सर्व खापे, नमो सर्व थापे, नमो सर्व काले, नमो सर्व पाले। नमस्तस्त देवै, नमस्तं अपेवै, नमस्तस्त देवै, नमस्तं अपेवै, नमस्तं अजन्मे, नमस्तं सुबनमे, नमो सर्व गौणे, नमो सर्व पौणे, नमो सर्व रंगे, नमो सर्व भंगे, नमो काल काले, नमस्तस्त दयाले, नमस्तं अबरणे, नमस्तं अमरणे, नमस्तं जरारं, नमस्तं किरतारं, नमो सर्व तंदे, नमो सत अबंदे, नमस्तं निरसाके, नमस्तं निर्बाके, नमस्तं रहीमे, नमस्तं करीमे। नमस्तं अनंते, नमस्तं महंते, नमस्तस्त रागे, नमस्तं सुहागे, नमो सर्व सोखं, नमो सर्व पोखं, नमो सर्व कर्ता, नमो सर्व हरता, नमो जोग जोगे, नमो भोग भोगे, नमो सर्व दयाले, नमो सर्व पाले। तो साध संगत इत्थों तक जिहड़ियां हन 28 ਜਿਹੜੇ ਬੰਦ ਹਨ ਉਹ ਆਪਾਂ ਸੰਪੂਰਨ ਕੀਤੇ ਆ ਤੇ ਦੂਸਰੇ ਬੰਦ ਤੋਂ ਲੈ ਕੇ 28 ਬੰਦ ਤੱਕ ਜਿਹੜੀ ਵਿਚਾਰ ਹੈ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਇਹਨਾਂ ਦੇ ਅਰਥ ਜੋ ਹਨ ਉਹ ਆਪਾਂ ਕੱਲ ਨੂੰ ਵਿਚਾਰਾਂਗੇ ਕੱਲ ਵਾਲੀ ਸ਼ਾਮ ਦੀ ਕਲਾਸ ਦੇ ਵਿੱਚ ਤੇ ਇਹਨਾਂ ਦਾ ਆਪ ਜੀ ਨੇ ਜੋ ਹੈ ਅਭਿਆਸ ਜ਼ਰੂਰ ਕਰਨਾ ਜਿਵੇਂ ਸ਼ਬਦ ਹੈ ਨਮਸਤਸਤ
ਨਮਸਤੰ, ਨਮਸਤਵੰ, ਇਹਨਾਂ ਸ਼ਬਦਾਂ ਦਾ ਅਭਿਆਸ ਬੜਾ ਜ਼ਰੂਰੀ ਹੈ, ਕਿਉਂਕਿ ਇਹ ਸ਼ਬਦ ਜੇ ਪੜਾਂਗੇ ਫੇਰ ਹੀ ਪੱਕਦੇ ਆ, ਨਹੀਂ ਤੇ ਫੇਰ ਭੁੱਲ ਜਾਂਦੇ ਆ। ਇਸ ਕਰਕੇ ਆਪ ਜੀ ਨੇ ਇਹਨਾਂ ਦਾ ਅਭਿਆਸ ਜ਼ਰੂਰ ਕਰ ਲੈਣਾ। ਸੋ 28 ਬੰਦ ਜਿਹੜੇ ਆਪਾਂ ਇੱਥੇ ਸੰਪੂਰਨ ਕੀਤੇ ਆ, ਕੱਲ ਨੂੰ ਇਸ 28 ਬੰਦਾਂ ਦੀ ਵਿਚਾਰ ਕਰਕੇ ਆਪਾਂ ਅੱਗੇ ਚੱਲਾਂਗੇ। ਸੋ ਦਾਸ ਵੱਲੋਂ ਇੱਥੇ ਹੀ ਆਪ ਜੀ ਨੇ ਫਤਿਹ ਦਾਸ ਦੀ ਪ੍ਰਵਾਨ ਕਰਨੀ। ਹੁਣ ਇਹਦੇ ਬਾਰੇ ਜੋ ਵਿਚਾਰ ਹੈ ਅੱਗੇ ਜੋ ਗਿਆਨੀ ਜੀ ਵਿਚਾਰ ਕਰਨਗੇ, ਆਪ ਜੀ ਨੇ ਉਹਨੂੰ ਧਿਆਨ ਨਾਲ ਸੁਣਨਾ। ਬਹੁਤ ਹੀ ਜ਼ਰੂਰੀ ਤੇ ਖਾਸ ਬੇਨਤੀਆਂ ਹਨ, ਕਿਉਂਕਿ ਦੁਬਿਧਾ ਬੜੀ ਹੁੰਦੀ ਮਨ 'ਚ, ਪਰ ਜਦੋਂ ਸਤਿਗੁਰੂ ਕਿਰਪਾ ਕਰਦਾ ਹੈ ਕਿਤੇ ਇਸ ਤਰ੍ਹਾਂ ਵਿਸ਼ੇਸ਼ ਤੌਰ ਤੇ ਉਪਰਾਲੇ ਹੁੰਦੇ ਆ, ਤੇ ਉਦੋਂ ਇਹ ਵਿਸ਼ੇਸ਼ ਗੱਲਾਂ ਪਤਾ ਲੱਗਦੀਆਂ ਤੇ ਸਾਰੇ ਸ਼ੰਕੇ ਨਿਵਰਤ ਹੁੰਦੇ ਆ। ਇਸ ਕਰਕੇ ਆਪ ਜੀ ਨੇ ਇਸੇ ਤਰ੍ਹਾਂ ਜੁੜੇ ਰਹਿਣਾ। ਸੋ ਦਾਸ ਵੱਲੋਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗਿਆਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਲਖਬੀਰ ਸਿੰਘ ਜੀ ਪਾਸੋਂ ਜਾਪ ਸਾਹਿਬ ਦੀ ਜੋ ਸੰਥਿਆ ਹੈ ਤਾਂ ਹੋਈ, ਉਹ ਸਰਵਣ ਕਰ ਰਹੇ। ਇਹ ਜੋ ਬਾਣੀ ਆਪ ਜੀ ਨੇ ਹੁਣੇ ਸਰਵਣ ਕੀਤੀ, ਮਨ ਦੇ ਅੰਦਰ ਬੜੀਆਂ ਵਿਚਾਰਾਂ ਸਨ ਕਿ ਇਸ ਬਾਣੀ ਦੇ ਬਾਰੇ, ਕਿਉਂਕਿ ਨਿਤਨੇਮ ਦੀ ਇਹ ਬਾਣੀ ਹੈ, ਉਸ ਤੋਂ ਬਿਨਾਂ ਇਹੀ ਬਾਣੀ ਜਿਹੜੀ ਹੈ ਉਹ ਸਾਡੀ ਅੰਮ੍ਰਿਤ ਦੀ ਬਾਣੀ ਵੀ ਹੈ। ਅੰਮ੍ਰਿਤ ਭਾਵ ਅੰਮ੍ਰਿਤ ਸੰਚਾਰ ਜਿਹੜਾ ਹੈ ਨਾ, ਉਹ ਇਸ ਬਾਣੀ ਤੋਂ ਬਿਨਾਂ ਕਦੇ ਵੀ ਨਹੀਂ ਹੋ ਸਕਦਾ। ਇਸ ਬਾਣੀ ਦੇ ਅੰਦਰ ਬੜੀਆਂ ਰਹਿਮਤਾਂ ਨੇ, ਬਖਸ਼ਿਸ਼ਾਂ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਬਾਣੀ ਦੇ ਅੰਦਰ ਕਮਾਲ ਕਰ ਦਿੱਤੀ, ਕਿਉਂਕਿ ਇਹ ਜਿਹੜੀ ਬਾਣੀ ਹੈ ਨਾ, ਇਸ ਬਾਣੀ ਦਾ ਨਾਮ ਹੈ ਜਾਪ ਸਾਹਿਬ। ਅਸੀਂ ਨਾਂ ਇਹਦੇ ਨਾਲ ਲਾਉਣੇ ਆ ਸਤਿਕਾਰ ਦੇ ਵਜੋਂ। ਇਸ ਬਾਣੀ ਦੇ ਅੰਦਰ ਉਸ ਪਰਮਾਤਮਾ ਦੇ ਨਾਮਾਂ ਦਾ ਜਾਪ ਕੀਤਾ ਗਿਆ। ਉਹ ਵਾਹਿਗੁਰੂ ਜਿਹੜਾ ਹੈ ਨਾ, ਜਿਹਨੂੰ ਦੁਕਾਲਮ ਪ੍ਰਨਾਸੀ ਕਿਹਾ ਗਿਆ, ਜਿਸ ਪਰਮਾਤਮਾ ਦੇ ਬਾਰੇ ਗੁਰੂ ਸਾਹਿਬ ਨੇ ਆਖਿਆ ਕਿ ਜਿਹਦਾ ਕੋਈ ਚੱਕਰ ਨਹੀਂ, ਚਿਹਨ ਨਹੀਂ, ਜ਼ਾਤ ਨਹੀਂ, ਪਾਤ ਨਹੀਂ, ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਭੇਖ ਨਹੀਂ, ਜਿਹਦਾ ਕੁਝ ਵੀ ਨਹੀਂ ਹੈ, ਉਸ ਪਰਮਾਤਮਾ ਦੇ ਬਾਰੇ ਇਸ ਬਾਣੀ ਵਿੱਚ ਉਹਦਾ ਜਾਪ ਹੈ ਇਹਦੇ ਅੰਦਰ। ਮੈਂ ਤੁਹਾਨੂੰ ਇਸ ਬਾਣੀ ਦੇ ਬਾਰੇ ਕੁਝ ਦੱਸਣ ਜਾ ਰਿਹਾ, ਤੇ ਮੈਂ ਇਹ ਪਹਿਲਾਂ ਬੇਨਤੀ ਤੁਹਾਨੂੰ ਕਰਾਂਗਾ ਕਿ ਕਾਪੀ ਤੇ ਪੈਨ ਆਪਣੇ ਕੋਲ ਰੱਖਿਆ ਕਰੋ, ਕਿਉਂਕਿ ਨਾ ਜਦੋਂ ਅਸੀਂ ਤੁਹਾਨੂੰ ਕਿਸੇ ਬਾਣੀ ਦੇ ਬਾਰੇ ਕੋਈ ਜਾਣਕਾਰੀ ਦਿੰਦੇ ਆ, ਤੇ ਅਸੀਂ 20-25 ਕਿਤਾਬਾਂ ਦੇ ਵਿੱਚੋਂ ਹਵਾਲੇ ਦੇਣੇ ਹੁੰਦੇ ਆ। ਕਹਿਣ ਦਾ ਭਾਵ ਇਹ ਆ ਕਿ ਅਸੀਂ 20-25 ਕਿਤਾਬਾਂ ਦੇ ਵਿੱਚੋਂ ਪੜ੍ਹ ਕੇ ਹਵਾਲੇ ਕੱਢ ਕੇ ਤੁਹਾਡੇ ਸਾਹਮਣੇ ਰੱਖਦੇ ਹਾਂ, ਤੇ ਹੁੰਦਾ ਕੀ ਇਹ ਕਿ ਬਾਅਦ ਵਿੱਚ ਫਿਰ ਪੁੱਛਿਆ ਜਾਣ ਲੱਗ ਪੈਂਦਾ, ਜੀ ਆਹ ਕਿਵੇਂ ਸੀ, ਆਹ ਕਿਵੇਂ ਸੀ। ਇਹ ਐਕਚੁਅਲੀ ਇੱਕ ਕਲਾਸ ਹੈ, ਤੇ ਕਲਾਸ ਦੇ ਵਿੱਚ ਹਰ ਕਿਸੇ ਦੇ ਕੋਲ ਇੱਕ ਕਾਪੀ ਤੇ ਇੱਕ ਪੈਨ, ਜਿਹੜਾ ਪੈਨਸਿਲ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਜੇ ਅਸੀਂ ਇੰਨੀ ਮਿਹਨਤ ਦੇ ਨਾਲ ਇਹ ਇਕੱਠਾ ਕਰਕੇ ਤੁਹਾਡੇ ਸਾਹਮਣੇ ਰੱਖਦੇ ਹਾਂ, ਤੇ ਕਮ ਸੇ ਕਮ ਉਹਨੂੰ ਲਿਖਣ ਲਈ, ਉਹਨੂੰ ਨੋਟ ਕਰਨ ਲਈ ਤੇ ਸਾਡੇ ਕੋਲ ਕੁਝ ਨਾ ਕੁਝ ਜਿਹੜਾ ਉਹ ਹੋਣਾ ਚਾਹੀਦਾ। ਯਾਦ ਤਾਂ ਰਹੇਗਾ, ਉਸ ਤੋਂ ਬਿਨਾਂ ਇਹ ਚੀਜ਼ਾਂ ਯਾਦ ਨਹੀਂ ਰਹਿਣਗੀਆਂ। ਹੁਣ ਅਸੀਂ ਜਾਪ ਸਾਹਿਬ ਵਾਲੇ ਪਾਸੇ ਆਉਣੇ ਆ। ਇਸ ਬਾਣੀ ਦੇ ਕੁੱਲ 199 ਬੰਦ ਹਨ। ਮੈਂ ਤੁਹਾਨੂੰ ਸਾਰੀ ਡਿਟੇਲ ਦੇਣ ਜਾ ਰਿਹਾ, ਇਹਦੀ ਛੰਦਾਬੰਦੀ ਵੀ ਸਭ ਕੁਝ ਹੀ। 199 199 ਇਹਦੇ ਬੰਦ ਨੇ, ਜਿਨ੍ਹਾਂ ਦੇ ਅੰਦਰ ਉਸ ਪਰਮਾਤਮਾ ਦੇ ਨਾਵਾਂ ਦਾ ਜ਼ਿਕਰ ਹੈ। ਤੇ ਦੂਜੀ ਗੱਲ ਇਹ ਆ ਕਿ ਲਗਭਗ, ਮੈਂ ਸ਼ਬਦ ਵਰਤ ਰਿਹਾ ਲਗਭਗ, ਤੁਸੀਂ ਸਮਝ ਰਹੇ ਹੋ ਕਿ 742 ਦੇ ਕਰੀਬ ਪਰਮਾਤਮਾ ਦੇ ਨਾਮ ਜਿਹੜੇ ਨੇ ਉਹ ਇਸ ਬਾਣੀ ਵਿੱਚ ਲਏ ਗਏ ਹਨ। 742 ਲਗਭਗ ਸ਼ਬਦ, ਤੁਸੀਂ ਮੇਰੀ ਗੱਲ ਸਮਝ ਰਹੇ ਹੋ, ਕਿਉਂਕਿ ਕੁਝ ਵਿਦਵਾਨ ਥੋੜਾ ਜਿਹਾ ਉੱਪਰ ਜਾਂਦੇ ਨੇ, ਕੁਝ ਥੱਲੇ ਨਾਮਾਂ ਤੇ ਆਉਂਦੇ ਨੇ। ਲਗਭਗ 742 ਨਾਮ ਇਸ ਬਾਣੀ ਵਿੱਚ ਦਰਜ ਹਨ। ਹੁਣ ਇਸ ਬਾਣੀ ਵਿੱਚ 10 ਛੰਦ ਵਰਤੇ ਗਏ ਨੇ। ਧਿਆਨ ਨਾਲ ਇਹ ਸੁਣੀ ਜਾਓ, ਮੈਂ ਪੂਰੀ ਡਿਟੇਲ ਤੁਹਾਨੂੰ ਦੇਣੀ ਇਸ ਬਾਣੀ ਦੀ। 10 ਛੰਦ ਇਸ ਬਾਣੀ ਵਿੱਚ ਵਰਤੇ ਗਏ ਨੇ। ਪਹਿਲਾ ਹੈ ਛਪੈ ਛੰਦ, ਦੂਸਰਾ ਹੈ
ਭੁਜੰਗ ਪ੍ਰਿਆਤ ਛੰਦ। ਤੀਸਰਾ ਹੈ ਚਾਚਰੀ ਛੰਦ। ਚੌਥਾ ਚਰਪਟ ਛੰਦ। ਪੰਜਵਾਂ ਜਿਹੜਾ ਹੈ ਉਹ ਹੈ ਰੂਵਾਲ ਛੰਦ। ਰਾਰੇ ਨੂੰ ਦਲੈਂਕੜ ਨੇ ਦੋ ਔਂਕੜਾਂ ਨੇ ਥੱਲੇ, ਰੂਵਾਲ ਛੰਦ। ਛੇਵਾਂ ਜਿਹੜਾ ਹੈ ਉਹ ਹੈ ਮਧੂਭਾਰ ਛੰਦ। ਸੱਤਵਾਂ ਭਗਵਤੀ ਛੰਦ। ਅੱਠਵਾਂ ਰਸਾਵਲ ਛੰਦ। ਨੌਵਾਂ ਹਰ ਬੋਲਮਨਾ ਛੰਦ। ਤੇ ਜਿਹੜਾ 10ਵਾਂ ਹੈ ਉਹਦਾ ਨਾਂ ਹੈ ਏਕ ਅਛਰੀ ਛੰਦ। ਕੁੱਲ 10 ਜਿਹੜੇ ਉਹ ਛੰਦ ਹਨ। ਹੁਣ ਇਹਨਾਂ 10 ਹੁਣ ਮੈਂ ਤੁਹਾਨੂੰ ਛੰਦਾਂ ਦੇ ਅੰਦਰ ਬਾਕੀ ਜਿਹੜਾ ਹੈ ਨਾ ਉਹ ਵੀ ਨਾਲ ਨਾਲ ਦੱਸਦਾ ਜਾਵਾਂ। ਫਿਰ ਮੈਂ ਤੁਹਾਨੂੰ ਥੋੜਾ ਜਿਹਾ ਨਿਤਨੇਮ ਦੀਆਂ ਬਾਣੀਆਂ ਬਾਰੇ ਵੀ ਦੱਸਣਾ ਹੈ, ਕੋਸ਼ਿਸ਼ ਕਰਾਂਗੇ ਜੇ ਸਮਾਂ ਬਚਿਆ ਤੇ। ਹੁਣ ਜਿਹੜੇ ਛੰਦ ਨੇ, ਜਿਹੜਾ ਛਪੈ ਛੰਦ ਹੈ ਉਹ ਇੱਕ ਵਾਰ ਆਇਆ ਹੈ ਜਾਪ ਸਾਹਿਬ ਦੇ ਅੰਦਰ, ਕਿਉਂਕਿ ਜਿਹੜੇ 10 ਛੰਦ ਮੈਂ ਤੁਹਾਨੂੰ ਦੱਸੇ ਨੇ ਨਾ, ਛਪੈ ਛੰਦ, ਭੁਜੰਗ ਪ੍ਰਿਆਤ ਛੰਦ, ਚਾਚਰੀ ਛੰਦ, ਚਰਪਟ ਛੰਦ, ਰੂਆਲ ਛੰਦ, ਮਧੂਭਾਰ ਛੰਦ, ਭਗਵਤੀ ਛੰਦ, ਰਸਾਵਲ ਛੰਦ, ਹਰ ਬੋਲਮਨਾ ਛੰਦ, ਏਕ ਅਛਰੀ ਛੰਦ। ਹੁਣ ਜਿਹੜਾ ਛਪੈ ਛੰਦ ਹੈ ਇਹ ਇੱਕ ਵਾਰ ਆਇਆ ਹੈ। ਭੁਜੰਗ ਪ੍ਰਿਆਤ ਛੰਦ ਜਿਹੜਾ ਹੈ ਇਹ 6 ਵਾਰ ਆਇਆ ਹੈ ਜਾਪ ਸਾਹਿਬ ਦੇ ਅੰਦਰ, ਇਹ ਰਿਪੀਟ ਕੀਤਾ ਗਿਆ 6 ਵਾਰ। ਉਸ ਤੋਂ ਬਾਅਦ ਚਾਚਰੀ ਛੰਦ ਜਿਹੜਾ ਹੈ ਇਹ 5 ਵਾਰ ਆਇਆ ਹੈ। ਚਰਪਟ ਛੰਦ 2 ਵਾਰ ਆਇਆ ਹੈ। ਰੂਆਲ ਛੰਦ 1 ਵਾਰ। ਮਧੂਭਾਰ ਛੰਦ 2 ਵਾਰ ਆਇਆ ਹੈ। ਭਗਵਤੀ ਛੰਦ 2 ਵਾਰ। ਰਸਾਵਲ ਛੰਦ 1 ਵਾਰ। ਹਰ ਬੋਲਮਨਾ ਛੰਦ ਵੀ 1 ਵਾਰ। ਤੇ ਏਕ ਅਛਰੀ ਛੰਦ ਜਿਹੜਾ ਹੈ ਉਹ ਵੀ 1 ਵਾਰ ਆਇਆ ਹੈ। ਹੁਣ ਅੱਗੇ ਇਹ ਤੇ ਜਿਹੜੇ 10 ਛੰਦ ਨੇ ਤੇ ਉਹ ਛੰਦ ਕਿੰਨੀ ਵਾਰ ਆਏ ਨੇ ਉਹਨਾਂ ਦਾ ਜਿਹੜਾ ਜ਼ਿਕਰ ਉਹ ਕੀਤਾ ਹੈ। ਮੈਂ ਦੱਸਿਆ ਤੁਹਾਨੂੰ, ਛਪੈ ਛੰਦ 1 ਵਾਰ, ਸਾਰੇ ਇਹ ਟੋਟਲ ਜਿਹੜੀ ਇਹਨਾਂ ਦੀ ਗਿਣਤੀ ਇਹ 22 ਹੈ, ਕਿਉਂਕਿ ਛਪੈ ਛੰਦ 1 ਵਾਰ ਆਇਆ, ਭੁਜੰਗ ਪ੍ਰਿਆਤ 6 ਵਾਰ ਆਇਆ। ਇਹ ਕੁੱਲ ਮਿਲਾ ਕੇ ਜਿਹੜੇ ਨੇ ਇਹਨਾਂ ਦੀ ਗਿਣਤੀ 22 ਬਣਦੀ। ਉਸ ਤੋਂ ਬਾਅਦ ਜਿਹੜਾ ਛਪੈ ਛੰਦ ਹੈ ਉਹਦੇ ਅੰਦਰ, ਵਾਹਿਗੁਰੂ ਵਾਹਿਗੁਰੂ, ਜਿਹੜਾ ਛਪੈ ਛੰਦ ਹੈ ਨਾ ਉਹਦੇ ਅੰਦਰ ਇੱਕ ਮੈਂ ਫਿਰ ਇੱਕ ਬੇਨਤੀ ਕਰਾਂ, ਸਾਡੇ ਬ੍ਰੌਡਬੈਂਡ ਵਿੱਚ ਥੋੜੀ ਜਿਹੀ ਪ੍ਰੋਬਲਮ ਹੈ, ਉਹ ਨਹੀਂ ਚੱਲ ਰਿਹਾ ਤੇ ਅਸੀਂ ਮੋਬਾਈਲ ਦੇ ਨੈਟ ਤੋਂ ਜਿਹੜੀ ਅੱਜ ਕਲਾਸ ਆਪਰੇਟ ਕਰ ਰਹੇ ਹਾਂ ਤੇ ਸ਼ਾਇਦ ਥੋੜੀ ਜਿਹੀ ਪ੍ਰੋਬਲਮ ਵਿੱਚ ਆ ਰਹੀ ਹੈ, ਤੇ ਥੋੜਾ ਜਿਹਾ ਪਲੀਜ਼ ਧਿਆਨ ਨਾਲ ਸੁਣਿਓ। ਹੁਣ ਜਿਹੜੇ ਛੰਦ ਮੈਂ ਦੱਸੇ ਸਨ ਕਿ ਛਪੈ ਛੰਦ 1 ਵਾਰ ਆਇਆ, ਭੁਜੰਗ ਪ੍ਰਿਆਤ ਛੰਦ 6 ਵਾਰ ਆਇਆ, ਇਸ ਤਰ੍ਹਾਂ ਕਰਕੇ ਕੁੱਲ 22 ਹੋਏ। ਹੁਣ ਛਪੈ ਛੰਦ ਜਿਹੜੇ ਇਹ ਛੰਦ ਨੇ ਨਾ, ਛੰਦਬੰਦੀ ਜਿਹੜੇ 10 ਛੰਦ ਨੇ, ਇਹਨਾਂ ਅਸੀਂ ਕਿਉਂਕਿ ਜਾਪ ਸਾਹਿਬ ਦੇ 199 ਬੰਦ ਨੇ ਟੋਟਲ 199। ਹੁਣ ਇਹਨਾਂ ਦੀ ਗਿਣਤੀ ਵੀ ਆਪਾਂ ਪੂਰੀ ਕਰਨੀ ਹੈ। ਜਿਹੜਾ ਛਪੈ ਛੰਦ ਦੇ ਅੰਦਰ ਇੱਕ ਬੰਦ ਹੀ ਹੈ, ਕੋਈ ਸਿੰਗੂਲਰ। ਉਸ ਤੋਂ ਬਾਅਦ ਜਿਹੜਾ ਦੂਜਾ ਹੈ ਭੁਜੰਗ ਪ੍ਰਿਆਤ ਛੰਦ, ਇਹਦੇ ਵਿੱਚ 65 ਬੰਦ ਨੇ, 199 ਗਿਣਤੀ ਪੂਰੀ ਹੋਣੀ ਹੈ, 65 ਇਹਦੇ ਵਿੱਚ 65 ਬੰਦ ਨੇ। ਚਾਚਰੀ ਛੰਦ ਦੇ ਅੰਦਰ 32 ਬੰਦ ਨੇ, 32। ਚਰਪਟ ਛੰਦ ਦੇ ਅੰਦਰ 8 ਨੇ, 8। ਰੁਆਲ ਛੰਦ ਦੇ ਅੰਦਰ ਵੀ 8 ਬੰਦ ਨੇ। ਮਧੂਭਾਰ ਛੰਦ ਦੇ ਅੰਦਰ 17 ਬੰਦ ਨੇ, 17। ਭਗਵਤੀ ਛੰਦ ਦੇ ਅੰਦਰ 41 ਬੰਦ ਨੇ। ਰਸਾਵਲ ਛੰਦ ਦੇ ਅੰਦਰ 5 ਬੰਦ ਨੇ। ਹਰ ਬੋਲਮਨਾ ਛੰਦ ਦੇ ਅੰਦਰ 14 ਬੰਦ ਨੇ, 14। ਤੇ ਏਕ ਅਛਰੀ ਛੰਦ ਜਿਹੜਾ ਹੈ ਉਹਦੇ ਅੰਦਰ 8 ਬੰਦ ਹਨ। ਫਿਰ ਮੈਂ ਉੱਪਰ ਤੋਂ ਲੈ ਕੇ ਗਿਣਤੀ ਤੁਹਾਨੂੰ ਦੱਸ ਦਿਆਂ। ਛਪੈ ਛੰਦ 1, ਭੁਜੰਗ ਪ੍ਰਿਆਤ ਛੰਦ 65, ਚਾਚਰੀ ਛੰਦ 32, ਚਰਪਟ ਛੰਦ 8, ਰੁਆਲ ਛੰਦ 8, ਮਧੂਭਾਰ ਛੰਦ 17, ਭਗਵਤੀ ਛੰਦ 41, ਰਸਾਵਲ ਛੰਦ 5, ਹਰ ਬੋਲਮਨਾ ਛੰਦ 14, ਏਕ ਅਛਰੀ ਛੰਦ 8। ਇਹਨਾਂ 10 ਛੰਦਾਂ ਦੇ ਅੰਦਰ ਕੁੱਲ ਜਿਹੜੀ ਗਿਣਤੀ ਹੋ ਗਈ ਉਹ ਹੋ ਗਈ ਹੁਣ 199, 199।
ਮੈਂ ਤਾਂ ਤੁਹਾਨੂੰ ਸ਼ੁਰੂ ਵਿੱਚ ਕਿਹਾ ਸੀ ਕਿ ਖੈਰ ਚਲੋ ਬਾਅਦ ਵਿੱਚ ਇਹ ਕਲਾਸਾਂ ਅਸੀਂ ਅਪਲੋਡ ਵੀ ਕਰਾਂਗੇ। ਕੱਲ ਦੀਆਂ ਨਹੀਂ ਹੋ ਪਾਈਆਂ ਕਿਉਂਕਿ ਪ੍ਰੋਬਲਮ ਸੀ। ਉੱਥੋਂ ਵੀ ਤੁਹਾਨੂੰ ਇਸ ਸੁਣਨ ਨੂੰ ਦੁਬਾਰਾ ਰਿਪੀਟ ਮਿਲ ਜਾਏਗਾ। ਪਰ ਮੈਂ ਇਹ ਵੀ ਤੁਹਾਨੂੰ ਕਹਿੰਦਾ ਕਿ ਤੁਸੀਂ ਵਾਹਿਗੁਰੂ, ਇਹ ਤੁਹਾਨੂੰ ਨਹੀਂ ਕਵਾਂਗਾ ਕਿ ਕਿਉਂਕਿ ਨਾ ਚੀਜ਼ ਨੂੰ ਜਿਹੜਾ ਹੈ ਉਹ ਨੋਟ ਕਰਕੇ ਆਪਣੇ ਕੋਲ ਰੱਖਦਾ ਤੇ ਕੁੱਲ 199 ਬੰਦ ਇਹਨਾਂ 10 ਛੰਦਾਂ ਦੇ ਵਿੱਚ ਇਸ ਤਰੀਕੇ ਨਾਲ ਇਹ ਬਣਦੇ ਆ। ਹੁਣ ਦੂਜੇ ਪਾਸੇ ਆਈਏ, ਕਿਉਂਕਿ ਜਦੋਂ ਅਸੀਂ ਛੰਦਬੰਦੀ ਵਾਲੇ ਪਾਸੇ ਜਾਂਦੇ ਆ ਨਾ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵਾਹਿਗੁਰੂ ਦਸਮ ਗ੍ਰੰਥ ਜਾਂ ਇਸ ਦੇ ਵਿੱਚ ਜਿਹੜੇ ਛੰਦ ਆਏ ਨੇ, ਜਿਹੜੇ ਛੰਦਾਂ ਦਾ ਜ਼ਿਕਰ ਕੀਤਾ ਗਿਆ ਹੈ, ਕਿਉਂ ਇਹ ਵਾਰ-ਵਾਰ ਕਿਹਾ ਜਾਂਦਾ ਹੈ ਕਿ ਇਸ ਬਾਣੀ ਨੂੰ ਪੜ੍ਹਨ ਲੱਗਿਆਂ ਬੜੇ ਧਿਆਨ ਨਾਲ, ਬੜੀ ਸੁਚੇਤਤਾ ਦੇ ਨਾਲ ਪੜ੍ਹਨਾ ਹੈ? ਕਿਉਂ? ਉਹਦਾ ਇੱਕ ਕਾਰਨ ਮੈਂ ਤੁਹਾਨੂੰ ਦੱਸ ਰਿਹਾ। ਅਸਲ ਵਿੱਚ 3 ਤਰ੍ਹਾਂ ਦੇ ਜਿਹੜੇ ਛੰਦ ਨੇ ਨਾ, ਉਹ ਗੁਰੂ ਗੋਬਿੰਦ ਸਿੰਘ ਜੀ ਨੇ ਵਰਤੇ ਨੇ। ਇੱਕ ਹੈ ਵਰਣਿਕ ਛੰਦ, ਇੱਕ ਹੈ ਮਾਤ੍ਰਿਕ ਛੰਦ, ਤੇ ਤੀਜਾ ਜਿਹੜਾ ਉਹ ਹੈ ਗਨ ਛੰਦ ਆਉਂਦਾ ਹੈ। ਹੁਣ ਜਾਪ ਸਾਹਿਬ ਵਿੱਚ 10 ਛੰਦ ਨੇ, ਆਪਾਂ ਇਹ ਵਿਚਾਰ ਚੁੱਕੇ ਆ ਪਹਿਲਾਂ। ਹੁਣ ਧਿਆਨ ਨਾਲ ਮਾੜਾ ਜਿਹਾ ਸੁਣਿਓ। ਇਹ ਜਿਹੜਾ ਆਪਣਾ ਛਪੇ ਛੰਦ ਹੈ, ਜਿਹੜਾ ਪਹਿਲਾ ਛੰਦ ਹੈ ਨਾ, ਛਪੈ ਛੰਦ, ਅਸਲ ਵਿੱਚ ਛਪੈ ਛੰਦ ਤੇ ਮਧੁਪਾਰ ਜਿਹੜੇ ਛੰਦ ਨੇ ਨਾ, ਇਹ 2 ਮਾਤ੍ਰਿਕ ਛੰਦ ਹਨ। ਮਾਤ੍ਰਿਕ ਭਾਵ ਇਹਦੇ ਅੰਦਰ ਮਾਤਰਾਵਾਂ ਦੀ ਗਿਣਤੀ ਜਿਹੜੀ ਉਹ ਹੈ। ਇਹ 2 ਛੰਦ ਨੇ, ਫਿਰ ਧਿਆਨ ਨਾਲ ਸੁਣਿਓ। ਇੱਕ ਹੈ ਛਪੈ ਛੰਦ, ਇੱਕ ਹੈ ਮਧੁਪਾਰ ਛੰਦ। ਇਹ ਦੋਨੋਂ ਜਿਹੜੇ ਨੇ ਉਹ ਮਾਤ੍ਰਿਕ ਛੰਦ ਨੇ ਤੇ ਬਾਕੀ ਵਰਣਿਕ ਛੰਦ ਨੇ ਇਹਦੇ ਅੰਦਰ। ਹੁਣ ਮੈਂ ਇੱਕ ਥੋੜਾ ਜਿਹਾ ਤੁਹਾਨੂੰ ਆ ਜਿਹੜਾ ਪਹਿਲਾ ਛੰਦ ਹੈ ਨਾ, ਚੱਕਰ ਚਿਹਨ ਅਰ ਬਰਨ ਜ਼ਾਤ ਅਰ ਪਾਤ ਨਹਿਨ ਜਿਹ रूप रंग अर रेख भेख को कह ना सकत केह अचल मूरत अनभव प्रकाश अमितोज कहिजै कोट इंद्र इंद्रान साह साहान गनिजै त्रिभवन महीप सुर नर असुर नेत नेत बन त्रिन कहत तब सर्ब नाम कथै कवन ਕਰਮ ਨਾਮ ਵਰਨਤ ਸੁਮਤ। ਹੁਣ ਇਹ ਜਿਹੜਾ ਛੰਦ ਹੈ ਨਾ, ਜਿਹੜਾ ਛਪੈ ਛੰਦ, ਇਹ ਸਭ ਤੋਂ ਪਹਿਲਾ ਛੰਦ ਹੈ। ਹੁਣ ਧਿਆਨ ਨਾਲ ਸੁਣਿਓ। ਇਹਦੇ ਅੰਦਰ ਕੁੱਲ ਮਾਤਰਾ ਜਿਹੜੀਆਂ ਨੇ ਉਹ 123 ਹਨ, 123। ਇਹਨੂੰ ਮਾਤ੍ਰਿਕ ਛੰਦ ਕਿਉਂ ਕਿਹਾ ਜਾਂਦਾ ਹੈ? ਹੁਣ ਇੱਕ ਹੋਰ ਤੁਹਾਨੂੰ ਮੈਂ ਇਸੇ ਛੰਦ ਬਾਰੇ ਦੱਸਦਾ ਜਾਵਾਂ। ਸਮਾਂ ਵੈਸੇ ਸਮਾਪਤ ਹੈ, ਮੈਂ 1-2 ਮਿੰਟ ਹੀ ਹੋਰ ਲਵਾਂਗਾ। 123 ਇਹਦੀਆਂ ਮਾਤਰਾ ਨੇ, ਜਿਹਦੇ ਵਿੱਚ ਗੁਰੂ ਮਾਤਰਾ ਜਿਹੜੀਆਂ ਨੇ ਉਹ 29 ਨੇ ਤੇ ਲਘੂ ਮਾਤਰਾ ਜਿਹੜੀਆਂ ਨੇ ਉਹ 94 ਨੇ। ਫਿਰ ਸੁਣਿਓ, ਛਪੇ ਛੰਦ ਮਾਤ੍ਰਿਕ ਛੰਦ ਹੈ, ਕੁੱਲ ਮਾਤਰਾ 123, ਜੋ ਗੁਰੂ ਮਾਤਰਾ ਨੇ ਵੱਡੀਆਂ ਉਹ 29, ਜੋ ਛੋਟੀਆਂ ਮਾਤਰਾ ਨੇ ਉਹ 94 ਤੇ ਕੁੱਲ ਗਿਣਤੀ ਇਹਦੀ 123 ਹੈ। ਇਹ ਜਾਪ ਸਾਹਿਬ ਬਾਰੇ ਥੋੜੀ ਜੀ ਵਿਚਾਰ ਮੈਂ ਤੁਹਾਡੇ ਨਾਲ ਕੀਤੀ ਹੈ। ਸਮਾਂ ਜਿਹੜਾ ਉਹ ਸਮਾਪਤ, ਕਿਉਂਕਿ ਫਿਰ ਸੋਦਰ ਦਾ ਟਾਈਮ ਹੋ ਰਿਹਾ ਹੈ। ਆਪ ਜੀ ਨੇ ਵੀ ਕਰਨੀ, ਅਸੀਂ ਵੀ ਸੋਦਰ ਕਰਨੀ ਹੈ। ਬਾਕੀ ਇਸ ਦੀ ਵਿਚਾਰ ਜਿਹੜੀ ਨਾ ਜਾਪ ਸਾਹਿਬ ਦੀ, ਉਹ ਕੱਲ ਨੂੰ ਆਪਾਂ ਕਰਾਂਗੇ। ਮੈਂ ਅੱਜ ਵੈਸੇ ਅੰਮ੍ਰਿਤ ਦੀਆਂ ਬਾਣੀਆਂ ਦੀ ਵੀ ਨਾਲ ਵਿਚਾਰ ਕਰਨੀ ਸੀ, ਬਟ ਜਾਪ ਸਾਹਿਬ ਹੀ ਥੋੜਾ ਜਿਹਾ ਲੰਬਾ ਇਹਦੀ ਵਿਚਾਰ ਹੋ ਗਈ। ਇਹ ਮੈਂ ਤਾਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਕਾਪੀ ਪੈਨ ਕੋਲ ਰੱਖਿਆ ਕਰੋ। ਇਹ ਜਿਹੜੀ ਰਚਨਾ ਹੈ ਨਾ ਜਾਪ ਸਾਹਿਬ ਦੀ, ਇਹਦੇ ਅੰਦਰ ਬੜੀਆਂ ਰਹਿਮਤਾਂ ਗੁਰੂ ਸਾਹਿਬ ਨੇ ਕੀਤੀਆਂ। ਕੱਲ ਨੂੰ ਕੋਸ਼ਿਸ਼ ਮੈਂ ਕਰੂੰਗਾ ਨਾਲ ਇਹਦੇ ਚ ਕਿੰਨੇ ਭਾਸ਼ਾ ਕਿੰਨੀਆਂ ਵਰਤੀਆਂ ਗਈਆਂ ਤੇ ਕਿੰਨੀਆਂ ਭਾਸ਼ਾਵਾਂ ਦਾ ਜ਼ਿਕਰ ਹੈ, ਤੇ ਕੋਸ਼ਿਸ਼ ਕਰਾਂਗਾ ਕਿ ਉਹ ਅੱਖਰ ਵੀ ਤੁਹਾਨੂੰ ਦੱਸਾਂ ਵੀ ਜਿਹੜੇ ਵੱਖ-ਵੱਖ ਭਾਸ਼ਾ ਦੇ ਹਨ। ਕੋਸ਼ਿਸ਼ ਹੈ ਮੇਰੀ, ਮੈਂ ਤੁਹਾਨੂੰ ਨਹੀਂ ਕਹਿੰਦਾ ਕਿ ਮੈਂ ਪਰਫੈਕਟ ਹਾਂ, ਕਿਉਂਕਿ ਅਸੀਂ ਵੀ ਪੜ੍ਹ ਕੇ ਤੁਹਾਡੇ ਅੱਗੇ ਰੱਖਣਾ ਇੰਨਾ ਵਿਦਵਾਨ ਤੇ ਮੈਂ ਵੀ ਨਹੀਂ ਆ ਕਿ ਆਪਣੀ ਖੋਜ ਤੁਹਾਡੇ ਅੱਗੇ ਰੱਖ ਰਿਹਾ। ਪਰ ਇੰਨੀਆਂ ਕੁ ਬੇਨਤੀਆਂ ਜਾਪ ਜੀ ਨੇ ਪ੍ਰਵਾਨ ਕਰ ਲੈਣੀਆਂ ਤੇ ਕੱਲ ਨੂੰ ਜਾਪ ਸਾਹਿਬ ਦੀ ਸੰਥਿਆ ਤੇ ਇਸੇ ਤਰ੍ਹਾਂ ਜਾਪ ਸਾਹਿਬ ਦੀ ਕੁਝ ਹੋਰ ਜਿਹੜੀ ਵਿਚਾਰ ਹੈ ਉਹ ਆਪ ਜੀ ਦੇ ਸਾਹਮਣੇ ਰੱਖਾਂਗੇ। ਤੇ ਮੈਂ ਗਿਆਨੀ ਲਖਵੀਰ ਸਿੰਘ ਨੂੰ ਬੇਨਤੀ ਕਰਾਂਗਾ ਕਿ ਮਾਈਕ ਔਨ ਕਰ ਦੇਣ। ਹੋ ਸਕਦੇ ਆ ਜੀ ਇੱਦਾਂ?
ਮਾਈਕ ਔਨ ਕਰ ਰਹੇ ਆ ਤੇ ਤੁਸੀਂ ਕੋਈ ਵੀ ਆਪ ਜੀ ਦਾ ਸਵਾਲ ਹੈ ਤੇ ਥੋੜਾ ਜਿਹਾ ਸਲੋ ਬੋਲ ਕੇ ਪਲੀਜ਼ ਆਪ ਜੀ ਨੇ ਪੁੱਛਣਾ ਹੈ ਤੇ ਉਹਦਾ ਜਵਾਬ ਜੋ ਹੈ ਅਸੀਂ ਉਹ ਦੇਣ ਦੀ ਕੋਸ਼ਿਸ਼ ਕਰਾਂਗੇ। ਹਾਂਜੀ, ਵਾਹਿਗੁਰੂ ਜੀ। ਠੀਕ ਹੈ ਜੀ। ਤੇ ਇਹ ਜਿਹੜੀ ਕਲਾਸ ਹੈ ਇਹ YouTube ਤੇ ਵੀ ਪਾ ਦਿੱਤੀ ਜਾਏਗੀ। ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਸ਼ਾਹਣੀ ਕਰਕੇ ਤੁਸੀਂ ਸਰਚ ਕਰਕੇ YouTube ਦਾ ਪੇਜ ਸਬਸਕ੍ਰਾਈਬ ਕਰ ਲਓ ਤੇ ਉਹਦੇ ਤੇ ਵੀ ਬ੍ਰੌਡਬੈਂਡ ਚੱਲਦਾ ਸੀ, ਪਿਛਲੀਆਂ ਕਲਾਸਾਂ ਵੀ ਪਾ ਦੇਵਾਂਗੇ ਤੇ ਉਹਦੇ ਤੋਂ ਵੀ ਤੁਸੀਂ ਇਹ ਜੋ ਹੈ ਸਾਰਾ ਦੁਬਾਰਾ ਸੁਣ ਸਕਦੇ ਹੋ। ਸੋ ਅੱਜ ਇਹਦੀਆਂ ਕੋ ਬੇਨਤੀਆਂ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।